ਆਕਸੀਜਨ ਦੀ ਘਾਟ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਮੁੜ ਮੋਦੀ ਸਰਕਾਰ ਨੂੰ ਆਈ ਫਟਕਾਰ, ਕਿਹਾ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ, ਅਸੀਂ ਨਹੀਂ। ਵਿਦੇਸ਼ਾਂ ਤੋਂ ਆਈ ਮੈਡੀਕਲ ਮਦਦ ਨੂੰ ਲੈ ਕੇ ਰੇੜਕਾ, ਪੰਜਾਬ ਸਿਹਤ ਵਿਭਾਗ ਦਾ ਕੇਂਦਰ ਤੇ ਇਲਜ਼ਾਮ, ਪੰਜਾਬ ਨੂੰ ਨਹੀਂ ਮਿਲ ਰਿਹਾ ਵਿਦੇਸ਼ੀ ਮਦਦ ਦਾ ਕੋਈ ਹਿੱਸਾ। ਪੰਜਾਬ ਵਿੱਚ ਲੱਗੀਆਂ ਪਾਬੰਦੀਆਂ ਦਾ ਵਿਰੋਧ, ਬਰਨਾਲਾ ਤੇ ਸੁਨਾਮ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖਣ ਦਾ ਕੀਤਾ ਵਿਰੋਧ, ਜਲਾਲਾਬਾਦ ਵਿੱਚ ਵਪਾਰੀਆਂ ਨੇ ਧੱਕੇ ਨਾਲ ਖੋਲੀਆਂ ਦੁਕਾਨਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਕੋਰੋਨਾ ਕਾਲ ਵਿੱਚ ਆਟੋ ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਦੀ ਮਦਦ ਦੇਵੇਗੀ ਕੇਜਰੀਵਾਲ ਸਰਕਾਰ, ਗਰੀਬਾਂ ਨੂੰ 2 ਮਹੀਨੇ ਲਈ ਮੁਫਤ ਰਾਸ਼ਨ ਦੇਣ ਦਾ ਵੀ ਕੀਤਾ ਐਲਾਨ। ਮਜ਼ਦੂਰਾਂ ਦੇ ਘਰ ਵਾਪਸੀ ਤੇ ਬੋਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਕਿਹਾ ਮਜ਼ਦੂਰਾਂ ਨੂੰ ਨਹੀਂ ਆਉਣ ਦੇਵਾਂਗੇ ਕੋਈ ਵੀ ਦਿੱਕਤ, ਲੋਕਾਂ ਦੀ ਜਾਨ ਬਚਾਉਣ ਲਈ ਲਗਾਈਆਂ ਪਾਬੰਦੀਆਂ। ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਐਲਾਨ, ਨੌਜਵਾਨਾਂ ਨੂੰ ਮੁਫਤ ਵਿੱਚ ਲੱਗੇਗੀ ਵੈਕਸੀਨ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਹੋ ਰਿਹਾ ਟੀਕਾਕਰਨ। ਕੋਰੋਨਾ ਦਾ ਆਈਪੀਐਲ ਤੇ ਵੀ ਅਸਰ, BCCI ਨੇ ਰੱਦ ਕੀਤਾ ਆਈਪੀਐਲ ਟੂਰਨਾਮੈਂਟ, 4 ਟੀਮਾਂ ਦੇ ਖਿਡਾਰੀ ਨੇ ਕੋਰੋਨਾ ਪੋਜ਼ਿਟਿਵ। ਮੋਗਾ ਵਿੱਚ ਵਾਪਰਿਆ ਦਰਦਨਾਕ ਘਟਨਾ, ਇੱਕ ਘਰ ਦੀ ਛੱਤ ਡਿੱਗੀ, ਮਲਬੇ ਹੇਠ ਦਬਣ ਨਾਲ 2 ਔਰਤਾਂ ਦੀ ਮੌਤ। ਟਵਿੱਟਰ ਨੇ ਬਾਲੀਵੁੱਡ ਸਟਾਰ ਕੰਗਨਾ ਰਣੌਤ ਖਿਲਾਫ ਕੀਤੀ ਕਾਰਵਾਈ, ਪਰਮਾਨੈਂਟ ਤੌਰ ਤੇ ਬੰਦ ਕੀਤਾ ਕੰਗਨਾ ਦਾ ਟਵਿੱਟਰ ਅਕਾਊਂਟ। ਕੱਲ ਮਮਤਾ ਬਨਰਜੀ ਖਿਲਾਫ ਕੰਗਨਾ ਨੇ ਕੀਤਾ ਸੀ ਵਿਵਾਦਿਤ ਟਵੀਟ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡਾ ਨਾਲ ਭੁੱਲਰ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਵੱਡੀ ਖਬਰ ਦੀ, ਜਿਹੜੀ ਕਿ ਦਿੱਲੀ ਤੋਂ ਆ ਰਹੀ ਹੈ। ਦਿੱਲੀ ਹਾਈ ਕੋਰਟ ਦੀ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਫਟਕਾਰ ਲਗਾਈ ਹੈ। ਆਕਸੀਜਨ ਦੀ ਘਾਟ ਨੂੰ ਲੈ ਕੇ ਇਹ ਫਟਕਾਰ ਲਗਾਈ ਗਈ ਹੈ। ਕਾਬਿਲੇ ਗੌਰ ਹੈ ਕਿ ਕੇਂਦਰ ਨੇ ਦਿੱਲੀ ਹਾਈ ਕੋਰਟ ਦੇ ਉੱਪਰ ਚਿੱਠੀ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਪਰ ਅਸੀਂ ਨਹੀਂ, ਇਹ ਕਿਹਾ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ। ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਕਸੀਜਨ ਦੀ ਕਮੀ ਦੀ ਪੂਰੀ ਜਿਹੜੀ ਉਸ ਨੂੰ ਪੂਰਤੀ ਜਲਦ ਤੋਂ ਜਲਦ ਕੀਤੀ ਜਾਵੇ। ਤਾਂ 2 ਟੁਕ ਸਿੱਧੇ ਤੌਰ ਦੇ ਉੱਪਰ ਸੁਣਾਈ ਹੈ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ। ਉਹਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਪਰ ਅਸੀਂ ਨਹੀਂ, ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਕਸੀਜਨ ਦੀ ਘਾਟ ਆ ਉਸ ਨੂੰ ਵੀ ਜਲਦ ਤੋਂ ਜਲਦ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਲਾਮਬੰਦ ਕੀਤਾ ਹਾਈ ਕੋਰਟ ਨੇ। ਤਾਂ ਲਗਾਤਾਰ ਦਿੱਲੀ ਦੇ ਵਿੱਚ ਕਰੋਨਾ ਨੇ ਕਹਿਰ ਬਰਸਾਇਆ, ਜਿਹੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਬੈੱਡ ਬਿਲਕੁਲ ਵੀ ਖਾਲੀ ਨਹੀਂ ਔਰ ਆਕਸੀਜਨ ਦੀ ਵੱਡੇ ਪੱਧਰ ਦੇ ਉੱਪਰ ਘਾਟ ਹੈ। ਜੋ ਕਿ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਜਿਹੜੇ ਬਾਕੀ ਦੇ ਸੂਬੇ ਨੇ ਜਾਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਕਿ ਆਕਸੀਜਨ ਦੀ ਬੜੀ ਕਿੱਲਤ ਆ ਰਹੀ ਹੈ ਦਿੱਲੀ ਦੇ ਵਿੱਚ, ਔਰ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਕੇਂਦਰ ਸਰਕਾਰ ਦੇ ਉੱਪਰ। ਉਹਨੇ ਕਿਹਾ ਕਿ ਤੁਸੀਂ ਅੱਖਾਂ ਬੰਦ ਕਰਕੇ ਬੈਠ ਸਕਦੇ ਹੋ ਪਰ ਅਸੀਂ ਨਹੀਂ ਬੈਠ ਸਕਦੇ। ਕਿ ਦਿੱਲੀ ਹਾਈ ਕੋਰਟ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦਿੱਲੀ ਦੇ ਵਿੱਚ ਆਕਸੀਜਨ ਦੀ ਪੂਰਤੀ ਦੇ ਲਈ ਜਲਦ ਤੋਂ ਜਲਦ ਜਿਹੜੀ ਪੂਰਤੀ ਆ ਉਸ ਨੂੰ ਉਪਲਬਧ ਕਰਾਉਣ ਦੇ ਲਈ ਵੀ ਯਕੀਨੀ ਬਣਾਉਣ ਦੇ ਲਈ ਸਖਤ ਹਦਾਇਤ ਜਾਰੀ ਕੀਤੀ ਹੈ। ਤੇ ਉਧਰ ਵਿਦੇਸ਼ਾਂ ਤੋਂ ਆਈ ਮੈਡੀਕਲ ਮਦਦ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਪੰਜਾਬ ਸਿਹਤ ਵਿਭਾਗ ਦਾ ਕੇਂਦਰ ਦੇ ਉੱਪਰ ਵੱਡਾ ਇਲਜ਼ਾਮ ਲਗਾਇਆ। ਉਹਨਾਂ ਨੇ ਕਿਹਾ ਕਿ ਵਿਦੇਸ਼ੀ ਮਦਦ ਦਾ ਜਿਹੜਾ ਪੰਜਾਬ ਨੂੰ ਕੋਈ ਵੀ ਹਿੱਸਾ ਨਹੀਂ ਮਿਲਿਆ। ਕੇਂਦਰ ਤੋਂ ਲਗਾਤਾਰ ਮਦਦ ਦੀ ਗੁਹਾਰ ਲਗਾ ਰਿਹਾ ਪੰਜਾਬ। ਕਾਬਿਲੇ ਗੌਰ ਹੈ ਕਿ ਵਿਦੇਸ਼ਾਂ ਤੋਂ ਵੱਖ-ਵੱਖ ਦੇਸ਼ਾਂ ਤੋਂ ਯੂਕੇ ਦੀ ਗੱਲ ਕੀਤੀ ਜਾਵੇ, ਕੁਵੈਤ ਦੀ ਗੱਲ ਕੀਤੀ ਜਾਵੇ, ਵੱਡੀ ਗਿਣਤੀ ਦੇ ਵਿੱਚ ਆਕਸੀਜਨ ਤੇ ਹੋਰ ਵੈਂਟੀਲੇਟਰ ਵਗੈਰਾ ਜਿਹੜੀ ਮਦਦ ਹੈ ਉਹ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਆ ਰਹੀ ਹੈ। ਪਰ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਇੱਕ ਇਲਜ਼ਾਮ ਲਗਾਇਆ ਗਿਆ ਕਿ ਜਿਹੜੀ ਵਿਦੇਸ਼ਾਂ ਤੋਂ ਮਦਦ ਮਿਲ ਰਹੀ ਹੈ, ਪੰਜਾਬ ਦੇ ਵੱਲੋਂ ਮਦਦ ਦੀ ਗੁਹਾਰ ਲਗਾਉਣ ਦੇ ਬਾਵਜੂਦ ਵੀ ਕੋਈ ਵੀ ਉਸ ਮਦਦ ਦਾ ਵਿਦੇਸ਼ੀ ਮਦਦ ਦਾ ਹਿੱਸਾ ਕੁਝ ਵੀ ਪਰਸੈਂਟੇਜ ਜਿਹੜੀ ਹੈ ਉਹ ਪੰਜਾਬ ਨੂੰ ਹਾਲੇ ਤੱਕ ਨਹੀਂ ਦਿੱਤੀ ਗਈ। ਤਾਂ ਵੱਡਾ ਇਲਜ਼ਾਮ ਕਹਿ ਰਹੇ ਹਾਂ ਪੰਜਾਬ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਵਿਦੇਸ਼ਾਂ ਤੋਂ ਮਦਦ ਇੰਡੀਆ ਨੂੰ ਮਿਲ ਰਹੀ ਹੈ ਕੋਰੋਨਾ ਕਾਲ ਦੇ ਵਿੱਚ ਉਸ ਨੂੰ ਲੈ ਕੇ
ਪੰਜਾਬ ਨੂੰ ਉਸ ਦਾ ਕੋਈ ਵੀ ਲਾਭ ਜਾਂ ਪੰਜਾਬ ਨੂੰ ਉਸ ਦੀ ਕੋਈ ਵੀ ਜਿਹੜੀ ਪਰਸੈਂਟੇਜ ਦਾ ਬਣਦਾ ਹਿੱਸਾ ਹਾਲੇ ਤੱਕ ਨਹੀਂ ਦਿੱਤਾ ਗਿਆ, ਜਦਕਿ ਲਗਾਤਾਰ ਸਿਹਤ ਵਿਭਾਗ ਪੰਜਾਬ ਦੇ ਵੱਲੋਂ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਗਈ ਸੀ ਕਿ ਜਿਹੜਾ ਪੰਜਾਬ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਚਾਹੇ ਆਕਸੀਜਨ ਦੀ ਗੱਲ ਹੋਵੇ, ਚਾਹੇ ਵੈਕਸੀਨੇਸ਼ਨ ਦੀ ਗੱਲ ਹੋਵੇ ਜਾਂ ਫਿਰ ਹੋਰ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਸਮਾਨ ਦੀ ਗੱਲ ਹੋਵੇ, ਉਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪਰ ਬਾਵਜੂਦ ਇਸ ਦੇ ਜਿਹੜੀ ਹਲੇ ਵੀ ਸਥਿਤੀ ਹੈ ਉਹ ਪਹਿਲਾਂ ਹੀ ਤਰ੍ਹਾਂ ਬਰਕਰਾਰ ਹੈ। ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿਹਤ ਸਹੂਲਤਾਂ ਜਿਹੜੇ ਵਿਦੇਸ਼ਾਂ ਤੋਂ ਸਿਹਤ ਸਹੂਲਤਾਂ ਨਾਲ ਸੰਬੰਧਿਤ ਸਮੱਗਰੀ ਵਿਦੇਸ਼ਾਂ ਤੋਂ ਮਦਦ ਮਿਲ ਰਹੀ ਹੈ, ਪਰ ਉਸ ਦਾ ਪੰਜਾਬ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ। ਤਾਂ ਸੂਬੇ ਦੇ ਅੰਦਰ ਵੀ ਕਰੋਨਾ ਪੈਰ ਪਸਾਰ ਰਿਹਾ। ਇਸ ਦੇ ਉੱਪਰ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਸਾਡੇ ਗੈਸਟ ਜੁੜੇ ਹੋਏ ਨੇ ਡਾਕਟਰ ਹਿਤੇਸ਼ ਗੌੜ, ਜਿਹੜੇ ਕਿ ਦੱਸਣਗੇ ਕਿਸ ਤਰੀਕੇ ਦੇ ਨਾਲ ਇਸ ਦੌਰ ਦੇ ਵਿੱਚ ਆਪਣੇ ਆਪ ਨੂੰ ਔਰ ਦੂਜਿਆਂ ਨੂੰ ਵੀ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਮਹਿਫੂਜ਼ ਕੀਤਾ ਜਾ ਸਕਦਾ, ਬਚਾਇਆ ਸਕਦਾ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਹੈਲੋ ਸਰ। ਡਾਕਟਰ ਸਾਹਿਬ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਹਾਂਜੀ ਹਾਂਜੀ ਸਰ, ਤੁਹਾਨੂੰ ਆ ਰਹੀ ਹੈ ਸਰ, ਸੁਣ ਰਹੀ ਹੈ? ਹੈਲੋ। ਹਾਂਜੀ ਡਾਕਟਰ ਸਾਹਿਬ, ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੇ ਜਿਹੜੇ ਹਾਲਾਤ ਨੇ ਉਹ ਬੇਹੱਦ ਖਤਰਨਾਕ ਰੂਪ ਅਖਤਿਆਰ ਕੀਤਾ ਹੋਇਆ ਕਰੋਨਾ, ਜਿਹੜੇ ਇਸ ਵੇਲੇ ਪੀਕ ਚੱਲ ਰਹੀ ਹੈ ਕਰੋਨਾ ਦੀ, ਤਾਂ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਦਿੱਕਤ ਉਹਨਾਂ ਮਰੀਜ਼ਾਂ ਨੂੰ ਜ਼ਿਆਦਾ ਆਉਂਦੀ ਆ ਜਿਹੜੇ ਕਿ ਇੰਟਰਨਲੀ ਕਮਜ਼ੋਰ ਨੇ, ਚਾਹੇ ਉਹ ਆਪਾਂ ਗੱਲ ਕਰੀਏ ਕਿ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੈ, ਪਹਿਲਾਂ ਤੋਂ ਸਾਹ ਦੇ ਰੋਗੀ ਨੇ ਜਾਂ ਫਿਰ ਸ਼ੂਗਰ ਨਾਲ ਸੰਬੰਧ ਜਾਂ ਕਈ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਜਿਹੜੀ ਆ ਰੇਸ਼ੋ ਦੇ ਵਿੱਚ ਜਿਹੜਾ ਕਰੋਨਾ ਉਹ ਸ਼ਿਕਾਰ ਬਣਾ ਰਿਹਾ। ਪਰ ਜਿਸ ਤਰੀਕੇ ਦਾ ਨਵਾਂ ਸਟ੍ਰੇਨ ਆਇਆ, ਜਿਹੜਾ ਯੂਕੇ ਦਾ ਸਟ੍ਰੇਨ ਆਇਆ, ਉਸ ਦੀ ਚਪੇਟ ਦੇ ਵਿੱਚ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ। ਤਾਂ ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਹੜੀਆਂ ਸਾਵਧਾਨੀਆਂ ਪਹਿਲ ਦੇ ਆਧਾਰ ਤੇ ਰੱਖਣੀ ਚਾਹੀਦੀ ਹੈ। ਸਰ ਦੇਖੋ, ਜਿਹੜਾ ਆਪਾਂ ਦੇਖਿਆ ਹੈ ਇਸ ਸਾਲ ਕੇ ਪੁਰਾਣੇ ਦੇ ਮੁਕਾਬਲੇ ਜਿਹੜੇ ਪੇਸ਼ੈਂਟ ਜਿਹਨਾਂ ਨੂੰ ਸ਼ੂਗਰ ਔਰ ਬਾਕੀ ਬਿਮਾਰੀ ਹੁੰਦੀ ਹੈ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ, ਬਟ ਸਾਰਿਆਂ ਨੂੰ ਪਤਾ ਆਪਾਂ ਨੂੰ ਕਿ ਜਿਹੜਾ ਇਸ ਵਾਰ ਸਟ੍ਰੇਨ ਆਇਆ ਉਹ ਕਾਫੀ ਜ਼ਿਆਦਾ ਖਤਰਨਾਕ ਹੈ, ਕਾਫੀ ਤੇਜ਼ ਫੈਲਦਾ ਹੈ ਤੇ ਉਹ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਤੱਕ ਇਨਵੋਲਵ ਕਰ ਰਿਹਾ ਹੈ। ਤੇ ਉਸ ਕੰਡੀਸ਼ਨ 'ਚ ਸਰ ਸਾਰਿਆਂ ਨੂੰ ਮਤਲਬ ਕਿ ਆਪਾਂ ਨੂੰ ਮੋਸਟਲੀ ਆਪਾਂ ਨੂੰ ਪਤਾ ਹੈ ਕਿ ਇਸ ਵਾਰ ਸਾਵਧਾਨੀ ਇਹ ਹੈ ਕਿ ਆਪਾਂ ਕਿਸੇ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ। ਠੀਕ ਹੈ, ਅੱਜ ਕੱਲ੍ਹ ਦੇ ਨੌਜਵਾਨਾਂ 'ਚ ਇਹ ਹੁੰਦਾ ਹੈ, ਉਹਨੂੰ ਲੱਗਦਾ ਹੈ ਕਿ ਮੈਂ ਪੂਰਾ ਫਿੱਟ ਹਾਂ, ਠੀਕ ਹੈ, ਤੇ ਬਜ਼ੁਰਗਾਂ ਦਾ ਜ਼ਿਆਦਾ ਹੈ ਜੋ ਪੁਰਾਣੇ ਕੰਪੈਰੀਜ਼ਨ ਰਿਹਾ ਕਿ ਹਾਂ ਪੁਰਾਣੇ ਜਿਹੜੇ ਓਲਡ ਹੈ ਉਹਨਾਂ ਨੂੰ ਹੁੰਦਾ ਹੈ, ਨੌਜਵਾਨਾਂ ਨੂੰ ਨਹੀਂ ਹੁੰਦਾ। ਤੇ ਇਸੇ ਵਹਿਮ ਕਰਕੇ ਜਿਹੜੀ ਆਪਣੀ ਯੰਗ ਜਨਰੇਸ਼ਨ ਹੈਗੀ ਹੈ, ਠੀਕ ਹੈ, ਉਹ ਕਾਫੀ ਜ਼ਿਆਦਾ ਸ਼ਿਕਾਰ ਹੋ ਰਹੇ ਇਸ ਬਿਮਾਰੀ ਦੇ। ਤੇ ਇਤਿਹਾਸ ਪ੍ਰੀਕਾਸ਼ਨ ਦੇ ਲਈ ਸਭ ਤੋਂ ਜ਼ਿਆਦਾ ਮੇਨ ਜੋ ਚੀਜ਼ ਹੈ ਉਹੀ ਹੈ ਕਿ ਆਪਣਾ ਹਮੇਸ਼ਾ ਕਿਤੇ ਵੀ ਜਾਓ ਮਾਸਕ ਪਹਿਨੋ ਤੇ ਆਪਣਾ ਜਿਹੜਾ ਸੋਸ਼ਲ ਡਿਸਟੈਂਸ ਜ਼ਰੂਰੀ ਹੈ ਤੇ ਜਿੰਨਾ ਘੱਟ ਹੋ ਸਕੇ ਉਤਨਾ ਘਰੋਂ ਬਾਹਰ ਨਿਕਲਿਆ ਜਾਵੇ। ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਘਰੇ ਰਹੋ ਔਰ ਕਿਸੇ ਦੇ ਕੰਟੈਕਟ ਵਿੱਚ ਆਓ। ਮਤਲਬ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹੁਣ ਇਹ ਜੋ 3 ਚੀਜ਼ਾਂ ਨੇ ਫੋਲੋ ਕਰਨੀਆਂ ਆਪਣੇ ਵਾਸਤੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਦਰਸ਼ਕ ਵੀ ਜੁੜ ਰਹੇ ਨੇ। ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ 0172 66 701 ਦੇ ਉੱਪਰ ਤੁਸੀਂ ਕਾਲ ਕਰਕੇ ਸਿੱਧੇ ਤੌਰ ਦੇ ਉੱਪਰ ਜੁੜ ਸਕਦੇ ਹੋ ਸਾਡੇ ਨਾਲ। ਇਸ ਵੇਲੇ ਮੋਹਾਲੀ ਤੋਂ ਦਰਸ਼ਕ ਤਰਸੇਮ ਜੁੜ ਰਹੇ ਨੇ। ਤਰਸੇਮ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਪਰ। ਡਾਕਟਰ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਕੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਬਹੁਤ ਵੱਡੇ ਇਸ਼ੂ ਦੇ ਜਿਹੜਾ ਇਹ ਡਿਸਕਸ਼ਨ ਰੱਖੀ ਹੈ, ਉਹ ਡਾਕਟਰਾਂ ਦਾ ਜਿਹੜਾ ਮਤਲਬ ਡਿਸਕਸ ਕਰਕੇ ਇਹਨਾਂ ਦਾ ਬਹੁਤ ਵੱਡਾ ਲਾਹਾ ਲਿਆ ਜਾ ਸਕਦਾ ਜੀ। ਜੀ ਠੀਕ ਹੈ ਜੀ। ਤੇ ਡਾਕਟਰ ਸਾਹਿਬ, ਮੈਂ ਜਾਣਨਾ ਚਾਹੁੰਦਾ ਸੀ, ਮੈਂ ਆਸਥਮੈਟਿਕਲੀ ਪੇਸ਼ੈਂਟ ਹਾਂ। ਹਾਂਜੀ। ਤੇ ਜਿਹੜਾ ਮੈਂ ਕੋਵਿਡ ਦਾ ਇੰਜੈਕਸ਼ਨ ਅਗਰ ਲਵਾਉਣਾ ਤਾਂ ਮੈਨੂੰ ਕੋਈ ਦਿੱਕਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ ਮਤਲਬ ਕੋਈ? ਨਹੀਂ ਸਰ, ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਇੰਜੈਕਸ਼ਨ ਦੇ ਨਾਲ। ਤੇ ਇੱਕ ਬਹੁਤ ਜ਼ਿਆਦਾ ਮਤਲਬ ਕਿ ਕਾਮਨਲੀ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਜੋ ਅਸਥਮਾ ਦੇ ਪੇਸ਼ੈਂਟ ਹੁੰਦੇ ਆ, ਤੇ ਮੈਂ ਇੱਕ ਵਾਰ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਉਹਦੇ ਇੰਜੈਕਸ਼ਨ ਵੈਕਸੀਨੇਸ਼ਨ ਦਾ ਤੇ ਅਸਥਮਾ ਦਾ ਜਿਹੜੀ ਇਮਿਊਨਿਟੀ ਦਾ ਉਹ ਕੋਈ ਰਿਲੇਸ਼ਨ ਨਹੀਂ ਹੈ। ਮਤਲਬ ਸਾਰੇ ਜੋ ਹੈ ਵੈਕਸੀਨ ਲਗਵਾ ਸਕਦੇ ਆ, ਠੀਕ ਹੈ। ਓਨਲੀ ਇੱਕ ਦੋ ਚ ਪ੍ਰੈਗਨੈਂਸੀ ਥੋੜਾ ਧਿਆਨ ਰੱਖਣਾ ਪੈਂਦਾ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੋ ਵੀ ਸ਼ੂਗਰ, ਬੀਪੀ, ਅਸਥਮਾ ਜੋ ਵੀ ਹੈ ਉਹਨਾਂ ਵਾਸਤੇ ਸੇਫ ਹੈ ਵੈਕਸੀਨ, ਤੇ ਤੁਸੀਂ ਬਿਨਾਂ ਡਰ ਦੇ ਬਿਲਕੁਲ ਲਗਵਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਤਰਸੇਮ ਜੀ, ਉਮੀਦ ਕਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੋਵੇਗਾ। ਔਰ ਡਾਕਟਰ ਹਿਤੇਸ਼, ਜਿਵੇਂ ਕਿ ਜ਼ਿਕਰ ਕਰ ਰਹੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜ਼ਿਆਦਾਤਰ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਕਿ ਸ਼ਾਇਦ ਇੰਜੈਕਸ਼ਨ ਲਗਾਉਣ ਦੇ ਨਾਲ ਉਹਨਾਂ ਦੇ ਉੱਪਰ ਕੋਈ ਗਲਤ ਇਸ ਦਾ ਇਫੈਕਟ ਜਾਂ ਗਲਤ ਰਿਐਕਸ਼ਨ ਹੋ ਜਾਵੇ, ਔਰ ਕਾਫੀ ਜਿਹੜੇ ਲੋਕ ਨੇ ਇਸੇ ਡਰ ਦੇ ਕਰਕੇ ਜਿਹੜੇ ਆ ਉਹ ਵੈਕਸੀਨ ਲਗਵਾਉਣ ਨਹੀਂ ਜਾ ਰਹੇ। ਹਾਂਜੀ ਸਰ, ਇਹੀ ਅਸੀਂ ਦੇਖਿਆ ਗਿਆ ਮੋਸਟ ਕੋਮਨਲੀ ਸਾਡੇ ਕੋਲ ਇਹ ਚੀਜ਼ਾਂ ਆਉਂਦੀਆਂ, ਪੁੱਛਦੇ ਆ ਕਿ ਅਸਥਮਾ ਪੇਸ਼ੈਂਟ ਕੇ ਦਵਾਈਆਂ। ਬਟ ਮੈਂ ਇੱਕ ਵਾਰ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਤੁਸੀਂ ਬੇਫਿਕਰ ਜਾਓ, ਕੋਈ ਰਿਐਕਸ਼ਨ ਕੋਈ ਜਿਤਨੀ ਵੀ ਹੁਣ ਸਾਡੇ ਕੋਲ ਲਗਾਏ ਆ ਅਸੀਂ ਕੁਝ ਦੇਖਿਆ ਵੀ ਨਹੀਂ। ਆਪਣੇ ਕੋਲ ਕਾਫੀ ਪੇਸ਼ੈਂਟਸ ਦੇਖ ਚੁੱਕੇ हैं ਜਿਹੜੇ ਅਸਥਮਾ ਦੀ ਵੈਕਸੀਨੇਸ਼ਨ ਲਗਾਈ ਹੈ ਤੇ ਉਹਨਾਂ ਨੂੰ ਕਦੀ ਹੁਣ ਪ੍ਰੋਬਲਮ ਨਹੀਂ ਆਈ ਹੈ ਹੁਣ ਤੱਕ ਕਦੀ ਵੀ।
ਜੀ ਬੇਫਿਕਰ ਬਿਲਕੁਲ ਤੁਸੀਂ ਲਗਾ ਬਿਲਕੁਲ ਸਕਦੇ ਸਾਡੇ ਹੋ। ਨਾਲ ਇੱਕ ਹੋਰ ਡਾਕਟਰ ਸਾਹਿਬ ਦਰਸ਼ਕ ਜੁੜ ਰਹੇ ਨੇ ਅੰਮ੍ਰਿਤਸਰ ਤੋਂ, ਕਮਲਪਾਲ ਜੁੜ ਰਹੇ ਨੇ। ਕਮਲਪਾਲ ਜੀ, ਸਵਾਗਤ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਪਰ। ਕੀ ਕਹਿਣਾ ਚਾਹੁੰਦੇ, ਕੀ ਤੁਹਾਡਾ ਸਵਾਲ ਹੈ? ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰ ਇਦਾਂ ਹੈ ਕਿ ਅਸੀਂ ਪਹਿਲੀ ਡੋਜ਼ 30 ਅਪ੍ਰੈਲ ਨੂੰ ਲਗਵਾਈ ਆ, ਹਾਂਜੀ ਪਰ ਸਰ ਅਸੀਂ ਉੱਥੇ ਜਾ ਕੇ ਮਤਲਬ ਮੈਡਮ ਨੂੰ ਕਹਿ ਨਹੀਂ ਸਕੇ ਕਿ ਸਾਡੀ ਪਹਿਲੀ ਡੋਜ਼ ਹੈ ਕਿ ਦੂਜੀ ਡੋਜ਼ ਹੈ। ਤੇ ਸੌਰੀ 1 ਅਪ੍ਰੈਲ ਨੂੰ ਲਗਵਾਈ ਹੈ। 30 ਅਪ੍ਰੈਲ ਨੂੰ ਅਸੀਂ ਪਹਿਲੀ ਡੋਜ਼ ਲਗਵਾਈ ਹੈ ਹਾਂਜੀ ਪਤੀ ਹਾਂਜੀ ਨੇ, ਹਾਂਜੀ ਹਾਂਜੀ ਲੇਕਿਨ ਅਸੀਂ ਹਸਪੀਟਲ ਉੱਥੇ ਪ੍ਰਾਇਮਰੀ ਹੈਲਥ ਸੈਂਟਰ ਤੇ ਜਾ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਵੈਕਸੀਨੇਸ਼ਨ ਦੀ ਸਾਡੀ ਪਹਿਲੀ ਡੋਜ਼ ਹੈਗੀ ਹੈ, ਤੇ ਸਰ ਦੂਜੀ ਡੋਜ਼ ਲਗਵਾਉਣ ਲੱਗੇ ਕੋਈ ਦਿੱਕਤ ਤੇ ਨਹੀਂ ਹੈ ਉਹਦੀ? ਨਹੀਂ ਨਹੀਂ ਸਰ, ਕੋਈ ਪ੍ਰੋਬਲਮ ਨਹੀਂ ਹੈ। ਮੋਸਟਲੀ ਜਿਹੜਾ ਟਾਈਮ ਆਪਣਾ ਹੈਗਾ, ਦੇਖੋ ਜੋ ਰਿਕਮੈਂਡਡ ਹੁੰਦਾ ਹੈ, ਜਿਹੜਾ ਪਹਿਲਾਂ ਚੱਲ ਰਿਹਾ ਸੀ ਉਹ 28 ਦਿਨਾਂ ਦਾ ਸੀਗਾ, ਕਿ 1 ਮਹੀਨੇ ਬਾਅਦ ਤੁਹਾਨੂੰ ਮੈਸੇਜ ਕੀਤਾ ਜਾਂਦਾ ਸਰਕਾਰ ਵੱਲੋਂ ਕਿ ਤੁਹਾਡਾ ਦਿਨ ਵੈਕਸੀਨ ਹੋਈ ਹੈ ਤੇ ਤੁਹਾਡਾ ਅਗਲਾ ਇੰਜੈਕਸ਼ਨ ਕਦੋਂ ਲੱਗਣਾ ਹੈ। ਸਰਕਾਰ ਦੇ ਵੱਲ ਪੂਰਾ ਮਤਲਬ ਕਿ ਮੈਸੇਜ ਕਰਕੇ ਦੱਸਿਆ ਜਾਂਦਾ ਹੈ ਕਿ ਤੁਹਾਡਾ ਹੁਣ ਦੂਜਾ ਟੀਕਾ ਹੈ, ਉਹਦਾ ਸਮਾਂ ਹੋ ਗਿਆ ਹੈ। ਠੀਕ ਹੈ, ਮੋਸਟਲੀ ਹੈ ਕਿ 28 ਦਿਨਾਂ ਬਾਅਦ ਲੱਗਦਾ ਹੈ। ਅੱਜ ਕੱਲ੍ਹ ਕਈ ਉਹ 6 ਹਫ਼ਤੇ ਬਾਅਦ ਵੀ ਆਪਾਂ ਸ਼ੁਰੂ ਕਰਤਾ ਹੈ, ਜੋ ਕਹਿੰਦੇ हैं 6 ਤੋਂ 8 ਹਫ਼ਤੇ ਬਾਅਦ। ਜਿੰਨਾ ਥੋੜਾ ਜ਼ਿਆਦਾ ਲਗਵਾਓਗੇ ਤਾਂ ਉਨੀ ਇਮਿਊਨਿਟੀ ਜ਼ਿਆਦਾ ਦੇਰ ਤੱਕ ਰਹਿੰਦੀ ਹੈ। ਬਟ ਇਹ ਕਿ 28 ਦਿਨਾਂ ਦਾ ਟਾਈਮ ਹੈਗਾ, 28 ਦਿਨਾਂ ਦੇ ਬਾਅਦ ਆਪਾਂ ਦੂਜੀ ਵੈਕਸੀਨੇਸ਼ਨ ਲੈਣੀ ਹੈ। ਉਹ ਤੁਹਾਨੂੰ ਸਰਕਾਰ ਵੱਲੋਂ ਪ੍ਰੋਪਰ ਪੂਰਾ ਦੱਸਿਆ ਜਾਏਗਾ ਜਦੋਂ ਤੁਹਾਡਾ ਇੰਜੈਕਸ਼ਨ ਦਾ ਟਾਈਮ ਹੋਏਗਾ ਸੈਕਿੰਡ ਵੈਕਸੀਨ ਦਾ, ਤੁਹਾਨੂੰ ਕਮਲਪਾਲ ਜੀ ਬਕਾਇਆ ਤੁਹਾਨੂੰ ਆਊਗਾ। ਨੋਟੀਫਿਕੇਸ਼ਨ ਆਊਗਾ ਤੁਹਾਡੇ ਫੋਨ ਦੇ ਉੱਪਰ, ਜਿਹੜਾ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ ਆ, ਜਿਹੜਾ ਤੁਹਾਡਾ ਡਾਟਾ ਲਿਆ ਗਿਆ, ਉਸ ਮੁਤਲਕ ਤੁਹਾਨੂੰ ਸੂਬਾ ਸਰਕਾਰ ਦੇ ਜਿਹੜੇ ਵੀ ਜਿਸ ਤਰੀਕੇ ਦੇ ਨਾਲ ਗਾਈਡਲਾਈਨਸ ਚੱਲ ਰਹੀਆਂ ਨੇ ਉਸ ਦੇ ਮੁਤਾਬਕ ਤੁਹਾਨੂੰ ਅਗਲੀ ਅਪਡੇਟ ਆਪਣੇ ਆਪ ਹੀ ਤੁਹਾਡੇ ਫੋਨ ਦੇ ਉੱਪਰ ਫੋਨ ਕਾਲ ਰਾਹੀਂ ਆ ਜਾਏਗੀ, ਔਰ ਕਦੋਂ ਤੁਸੀਂ ਦੂਸਰਾ ਜਿਹੜਾ ਇੰਜੈਕਸ਼ਨ ਲਗਵਾਉਣਾ ਉਸ ਦੀ ਵੀ ਜਾਣਕਾਰੀ ਤੁਹਾਨੂੰ ਸਮਾਂ ਰਹਿੰਦੇ ਹੀ ਮਿਲ ਜਾਵੇਗੀ। ਫਿਲਹਾਲ ਨਿਊਜ਼ 18 ਨਾਲ ਜੁੜਨ ਦੇ ਲਈ ਧੰਨਵਾਦ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਸੀ, ਤੁਸੀਂ ਗੱਲ ਕੀਤੀ ਸੀ ਕਿ ਜ਼ਿਕਰ ਕੀਤਾ ਸੀ ਇਮਿਊਨਿਟੀ ਦਾ, ਇਮਿਊਨਿਟੀ ਨੂੰ ਲੈ ਕੇ ਵੀ ਕਈ ਤਰੀਕੇ ਦੇ ਚਰਚਾਵਾਂ ਨੇ, ਕਈ ਤਰੀਕੇ ਦੇ ਜਿਹੜੇ ਸ਼ੰਕੇ ਨੇ ਉਹ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਨੇ, ਪਰ ਤੁਹਾਡੇ ਮਾਧਿਅਮ ਰਾਹੀਂ ਜਾਣਨਾ ਚਾਹੁੰਦਾ ਕਿ ਇਮਿਊਨਿਟੀ ਨੂੰ ਬੂਸਟ ਅਪ ਕਰਨ ਦੇ ਲਈ ਕਿਹੜੇ-ਕਿਹੜੇ ਤਰੀਕੇ ਜਿਹੜੇ ਲੋਕ ਘਰ ਬੈਠ ਕੇ ਹੀ ਆਸਾਨੀ ਨਾਲ ਕਰ ਸਕਦੇ ਨੇ? ਦੇਖੋ ਸਰ, ਸਭ ਤੋਂ ਪਹਿਲਾਂ ਇਹੀ ਹੈ ਕਿ ਇਮਿਊਨਿਟੀ ਵਾਸਤੇ ਕਿ ਜਿਹੜਾ ਆਪਣੀ ਜੋ ਹਾਈ ਪ੍ਰੋਟੀਨ ਚੀਜ਼ਾਂ ਹੁੰਦੀਆਂ, ਜਿਵੇਂ ਪਨੀਰ ਹੋ ਗਿਆ, ਸੋਇਆ, ਕਾਲੇ ਚਨੇ, ਭੁਨੇ ਚਨੇ ਹੁੰਦੇ ਆ, ਠੀਕ ਹੈ, ਨਿਊਟਰੀ ਟਾਈਪ, ਤੇ ਉਹ ਪ੍ਰੋਟੀਨ ਵਾਲੀ ਚੀਜ਼ਾਂ ਕਾਫੀ ਹੈਲਪ ਕਰਦੀਆਂ। ਠੀਕ ਹੈ, ਉਹਦੇ ਨਾਲ ਆਪਾਂ ਥੋੜੀ ਬਰੀਥਿੰਗ ਐਕਸਰਸਾਈਜ਼ ਹੁੰਦੀ ਹੈ, ਜਿਵੇਂ ਯੋਗਾ ਹੋ ਗਿਆ, ਠੀਕ ਹੈ, ਮਾਰਨਿੰਗ ਵਾਕ, ਕਿ ਸੈਡੈਂਟਰੀ ਲਾਈਫਸਟਾਈਲ ਨਹੀਂ ਹੈ, ਆਪਣਾ weight ਫਿਟ ਰੱਖੋ। ਠੀਕ ਹੈ, ਕੋਈ ਓਵਰਵੇਟ ਹੈ ਤਾਂ ਥੋੜਾ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਹੋਣੀ ਚਾਹੀਦੀ ਹੈ। ਔਰ ਆਪਣੇ ਖਾਣੇ 'ਚ ਬਾਕੀ ਹੈ ਕਿ ਐਂਟੀਆਕਸੀਡੈਂਟਸ ਵਗੈਰਾ, ਜਿਵੇਂ ਆਪਾਂ ਫਲ ਫਰੂਟ ਖਾਈਏ ਜ਼ਿਆਦਾ, ਠੀਕ ਹੈ, ਤੇ ਉਹ ਜਿਹੜੇ ਹੈ ਇਮਿਊਨਿਟੀ ਤੋਂ ਕਾਫੀ ਹੈਲਪ ਕਰਦੇ ਆ। ਮੇਨਲੀ ਤਾਂ ਪ੍ਰੋਟੀਨ ਵਾਲੀ ਚੀਜ਼ਾਂ ਆਪਾਂ ਕਾਫੀ ਓਵਰਆਲ ਆਪਾਂ ਕਹੀਏ ਕਿ ਜਿਹੜੇ ਪ੍ਰੋਟੀਨਸ ਵਗੈਰਾ ਨੇ ਜਾਂ ਫਿਰ ਦਾਲਾਂ ਜਾਂ ਫਲਾਂ ਦੀ ਗੱਲ ਕਰੀਏ ਤਾਂ ਭਰਪੂਰ ਮਾਤਰਾ ਦੇ ਵਿੱਚ ਕੰਬੀਨੇਸ਼ਨ ਬਣਾ ਕੇ ਲੈਣ ਦੀ ਜ਼ਰੂਰਤ ਹੈ। ਫਿਲਹਾਲ ਸਾਡੇ ਨਾਲ ਇੱਕ ਹੋਰ ਦਰਸ਼ਕ ਮੋਹਾਲੀ ਤੋਂ ਜੁੜ ਰਹੇ ਨੇ, ਪ੍ਰਦੀਪ ਜੀ, ਸਵਾਗਤ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਪਰ। ਡਾਕਟਰ ਸਾਹਿਬ ਵੀ ਸਾਡੇ ਲਗਾਤਾਰ ਬਣੇ ਹੋਏ ਨੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਨੇ। ਤੁਹਾਡਾ ਕੀ ਸਵਾਲ ਹੈ? ਹਾਂਜੀ ਸਰ, ਮੇਰਾ ਸਵਾਲ ਇਹ ਹੈ ਕਿ ਜੇ ਆਪਾਂ ਪਹਿਲੀ ਡੋਜ਼ ਸਪੋਜ਼ ਕੋਵੈਕਸੀਨ ਦੀ ਲੱਗ ਜਾਂਦੀ ਆਪਾਂ ਨੂੰ ਜੀ, ਤੇ ਬਾਈ ਚਾਂਸ ਦੂਸਰੀ ਡੋਜ਼ ਜੇ ਆਪਾਂ ਨੂੰ ਕੋਵਿਸ਼ੀਲਡ ਦੀ ਲੱਗ ਜੇ ਤੇ ਕੋਈ ਦਿੱਕਤ ਹੁੰਦੀ ਹੈ? ਨਹੀਂ ਸਰ, ਐਜਾ ਤਾਂ ਕੋਈ ਹੁਣ ਸੇ ਹੋਇਆ ਨਹੀਂ ਹੈ ਕਦੀ ਵੀ, ਤੇ ਦੋਨੋਂ ਵੈਕਸੀਨ ਆਪਾਂ ਸੇਮ ਹੀ ਮੰਨਦੇ ਹਾਂ। ਇਹਦੇ ਵਿੱਚ ਕੋਈ ਆਪਾਂ ਕੰਪੈਰੀਜ਼ਨ ਨਹੀਂ ਹੈ ਕਿ ਕਈਆਂ ਏਰੀਆ 'ਚ ਕੋਵਿਸ਼ੀਲਡ ਆ ਰਹੀ ਹੈ, ਕਈ 'ਚ ਕੋਵੈਕਸੀਨ ਆ ਰਹੀ ਹੈ। ਇਹ ਲੋਕਾਂ ਦਾ ਵਹਿਮ ਹੈ। ਹੁਣ ਅੱਜ ਕੱਲ੍ਹ ਦੇਖਿਆ ਹੈਗਾ ਕਿ ਕੋਵੈਕਸੀਨ ਦਾ ਥੋੜਾ, ਜਿਵੇਂ ਹੁਣ ਬਾਹਰ ਆਏ ਆ ਸਟੱਡੀ ਤੇ ਸਾਰੇ ਕੋਵੈਕਸੀਨ ਵੱਲ ਜਾਣ ਲੱਗੇ ਹੈ, ਪਰ ਜਦ ਤੱਕ ਹੁਣ ਜਿੰਨਾ ਅਸੀਂ ਦੇਖਿਆ ਕਦੀ ਕੋਈ ਐਵੇਂ ਕੋਈ ਪ੍ਰੋਬਲਮ ਨਹੀਂ ਹੈ ਕਿ ਕੋਵਿਸ਼ੀਲਡ ਹੈ ਜਾਂ ਕੋਵੈਕਸੀਨ। ਮੋਸਟਲੀ ਜਿਹਨੂੰ ਕੋਵਿਸ਼ੀਲਡ ਲੱਗ ਰਹੀ ਹੈ ਪਹਿਲਾਂ, ਤੇ ਉਹਨਾਂ ਨੂੰ ਜਿਹੜੀ ਦੂਜੀ ਵੈਕਸੀਨ ਵੀ ਹੈ ਉਹ ਸੇਮ ਹੀ ਲੱਗ ਰਹੀ ਹੈ ਮੋਸਟਲੀ। ਤੇ ਮੇਰੇ ਖਿਆਲ ਤੋਂ ਨਹੀਂ ਲੱਗਦਾ ਕਿ ਐਵੇਂ ਹੋਣਾ ਚਾਹੀਦਾ ਕਿ ਇੱਕ ਲੱਗੀ ਹੈ ਦੂਜੀ ਉਹ ਲੱਗੇਗੀ, ਤਾਂ ਇੱਕ ਲੱਗੀ ਹੈ ਤਾਂ ਉਹੀ ਲੱਗੀ ਹੈ। ਅਗਰ ਵੈਸੇ ਲੱਗਦੀ ਵੀ ਹੈ ਤਾਂ ਉਹਦੇ ਵਿੱਚ ਕੋਈ ਨਹੀਂ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਮਤਲਬ ਕੋਈ ਸਾਈਡ ਇਫੈਕਟ ਉਹਦਾ ਨਹੀਂ ਹੋਏਗਾ। ਹਾਂਜੀ ਜੀ ਬਿਲਕੁਲ ਪ੍ਰਦੀਪ ਜੀ, ਤਾਂ ਤੁਹਾਡਾ ਵੀ ਸਵਾਲ ਦਾ ਜਵਾਬ ਡਾਕਟਰ ਸਾਹਿਬ ਨੇ ਦਿੱਤਾ। ਜਿਸ ਤਰੀਕੇ ਦੇ ਨਾਲ ਵੈਸੇ ਜ਼ਿਆਦਾਤਰ ਇਦਾਂ ਦਾ ਕਦੇ ਹੁੰਦਾ ਨਹੀਂ ਹੈ, ਜਿਸ ਤਰੀਕੇ ਦੇ ਨਾਲ ਤੁਹਾਨੂੰ ਪਹਿਲਾ ਇੰਜੈਕਸ਼ਨ ਲੱਗਿਆ, ਉਹ ਚਾਹੇ ਉਹ ਕੋਵੈਕਸੀਨ ਹੋਵੇ ਜਾਂ ਫਿਰ ਕੋਵਿਸ਼ੀਲਡ ਹੋਵੇ, ਉਸ ਦੀ ਹੀ ਦੂਸਰੀ ਡੋਜ਼ ਤੁਹਾਨੂੰ ਲੱਗਦੀ ਹੈ। ਇਸ ਦੇ ਲਈ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਸਿਹਤ ਵਿਭਾਗ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਸਤਰਕ ਹੈ ਔਰ ਬਹੁਤ ਸਾਵਧਾਨੀ ਦੇ ਨਾਲ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਉਹ ਚੱਲ ਰਿਹਾ। ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਵੀ ਧੰਨਵਾਦ ਆ। ਤਾਂ ਡਾਕਟਰ ਸਾਹਿਬ, ਅਸੀਂ ਚਰਚਾ ਕਰ ਰਹੇ ਸੀ ਜਿਸ ਤਰੀਕੇ ਦੇ ਨਾਲ ਇਹ ਨਵਾਂ ਸਟ੍ਰੇਨ ਆਇਆ ਔਰ ਖਾਸ ਤੌਰ ਦੇ ਉੱਪਰ ਨੌਜਵਾਨਾਂ ਦਾ ਵੀ ਜ਼ਿਕਰ ਇੱਥੇ ਕਰਨਾ ਬਣਦਾ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਔਰ ਅਜਿਹੇ ਦੇ ਵਿੱਚ ਨੌਜਵਾਨ ਇਸ ਦੀ ਚਪੇਟ ਦੇ ਵਿੱਚ ਆ ਰਹੇ ਨੇ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਮਾਨਸਿਕ ਤੌਰ ਦੇ ਉੱਪਰ ਵੀ ਕਿਤੇ ਨਾ ਕਿਤੇ ਅਟੈਕ ਕਰ ਰਿਹਾ ਕਰੋਨਾ, ਤਾਂ ਅਜਿਹੀ ਸਥਿਤੀ ਦੇ ਵਿੱਚ ਨੌਜਵਾਨਾਂ ਦੇ ਲਈ ਵੀ ਕਿਹੜੇ ਟਿਪਸ ਨੇ ਜਿਹੜੇ ਉਹਨਾਂ ਦੇ ਲਈ ਕਾਰਗਰ ਔਰ ਫਾਇਦੇਮੰਦ ਸਾਬਤ ਹੋ ਸਕਦੇ ਨੇ ਇਸ ਕਰੋਨਾ ਕਾਲ ਦੇ ਵਿੱਚ? ਮਾਨਸਿਕ ਤੌਰ ਤੇ ਬਸ ਆਪਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਸਰ ਦੇਖੋ, ਜਿਵੇਂ ਚੱਲ ਰਿਹਾ ਹੈ ਠੀਕ ਹੈ ਕੋਵਿਡ, ਪਰ ਇਹਨੂੰ ਜ਼ਿਆਦਾ ਸਟ੍ਰੈਸ ਲੈ ਕੇ ਨਹੀਂ ਹੈ ਕਿ ਗਲਤੀ ਨਾਲ, ਚਲੋ ਠੀਕ ਹੈ ਆਪਾਂ ਕਿਸ ਨੂੰ ਹੁਣ ਆਵਾਜ਼ ਆ ਰਹੀ ਹੈ ਸਰ, ਠੀਕ ਹੈ ਮੇਰੀ ਸੁਣ ਸਕਦੇ ਹੋ? ਹਾਂਜੀ ਜੀ ਜੀ ਬਿਲਕੁਲ। ਤੇ ਉਹੀ ਹੈ, ਮੈਂ ਇਹੀ ਕਹਿਣਾ ਚਾਹੁੰਦਾ ਕਿ ਸਰ ਜ਼ਿਆਦਾ ਸਟ੍ਰੈਸ ਲੈਣ ਨਹੀਂ ਹੁੰਦਾ ਹੈ। ਅਗਰ ਬਾਈ ਚਾਂਸ ਕਿਸੇ ਨੂੰ ਹੋ ਵੀ ਜਾਂਦਾ ਤੇ ਇਹ 'ਚ ਘਬਰਾਉਣ ਵਾਲੀ, ਪੈਨਿਕ ਵਾਲੀ ਕੋਈ ਲੋੜ ਨਹੀਂ ਹੈ, ਠੀਕ ਹੈ। ਤੇ ਇਹਦੇ ਵਿੱਚ ਕੋਈ ਜ਼ਿਆਦਾ ਹੈ, ਜਿਵੇਂ ਤੁਹਾਨੂੰ ਕੋਈ ਲੱਗ ਰਿਹਾ ਪ੍ਰੋਬਲਮ ਹੋ ਰਹੀ ਹੈ ਤੇ ਡਾਕਟਰ ਦੀ ਸਲਾਹ ਲਓ। ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਲੱਗ ਰਿਹਾ ਕੁਝ ਪ੍ਰੋਬਲਮ ਸਟਾਰਟ ਹੋ ਰਹੀ ਹੈ
ਤੇ ਉਸ ਚੀਜ਼ ਨੂੰ ਇਗਨੋਰ ਨਾ ਕੀਤਾ ਜਾਵੇ ਕਿ ਮੈਨੂੰ ਸਿੰਪਲ ਗਲਾ ਵੈਸੇ ਹੀ ਖਰਾਬ ਹੋ ਰਿਹਾ ਹੈ ਜਾਂ ਮੈਂ ਜਾ ਕੇ ਕਿਸੇ ਕੋਲ ਦਵਾਈ ਸਿੰਪਲ ਲੈਣਾ ਪੈਰਾਸੀਟਾਮੋਲ ਜਾਂ ਕੁਝ ਵੀ, ਜੀ। ਠੀਕ ਹੈ। ਬਸ ਇਹੀ ਕਹਿਣਾ ਚਾਹੁੰਦੇ ਕਿ ਕਿਸੇ ਨੂੰ ਥੋੜੀ ਪ੍ਰੋਬਲਮ ਲੱਗ ਰਹੀ ਹੈ, ਠੀਕ ਹੈ, ਜਾਂ ਤੁਹਾਨੂੰ ਲੱਗ ਰਿਹਾ ਚਲੋ ਨਹੀਂ ਵੀ ਹੈ ਕਿਤੇ ਕੋਈ ਕੰਟੈਕਟ ਹੋਇਆ ਕੁਝ ਵੀ, ਠੀਕ ਹੈ, ਬਟ ਤੁਹਾਨੂੰ ਜੇ ਦਿੱਕਤ ਆ ਰਹੀ ਹੈ ਆਪਣੇ ਸਰੀਰ ਦੇ ਵਿੱਚ, ਲੱਗ ਰਿਹਾ ਕਿ ਮੇਰਾ ਗਲਾ ਖਰਾਬ ਹੋ ਰਿਹਾ, ਥੋੜਾ ਫੀਵਰ ਲੱਗ ਰਿਹਾ, ਤੇ ਮੈਂ ਇਹੀ ਸਲਾਹ ਦਊਂਗਾ ਜਿੰਨਾ ਜਲਦੀ ਹੋ ਸਕੇ ਆਪਣੇ ਮਤਲਬ ਡਾਕਟਰ ਨਾਲ ਸਮਾਂ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ। ਅਗਰ ਤੁਹਾਨੂੰ ਕੋਈ ਵੀ ਸਿੰਪਟਮ ਆਉਂਦਾ ਤਾਂ ਤੁਰੰਤ ਤੁਸੀਂ ਆਪਣੇ ਜਿਹੜਾ ਤੁਹਾਡਾ ਕੰਸਰਨ ਡਾਕਟਰ ਹੈ, ਫੈਨ ਡਾਕਟਰ ਹੈ, ਉਸ ਦੇ ਨਾਲ ਸੰਪਰਕ ਕਰੋ, ਨਾ ਕਿ ਘਬਰਾ ਕੇ ਘਰੇ ਬੈਠਣ ਦੇ ਨਾਲ ਉਸ ਨੂੰ ਹੋਰ ਹਾਵੀ ਹੋਣ ਦਿਓ। ਫਿਲਹਾਲ ਸਾਡੇ ਨਾਲ ਦਰਸ਼ਕ ਇੱਕ ਹੋਰ ਜੁੜ ਰਹੇ ਨੇ, ਜਗਜੀਤ ਜੀ, ਸਵਾਗਤ ਤੁਹਾਡਾ ਵੀ। ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਕਿੱਥੋਂ ਤੁਸੀਂ ਬੋਲ ਰਹੇ ਹੋ ਔਰ ਕੀ ਤੁਹਾਡਾ ਸਵਾਲ ਹੈ? ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਕੋਕਰੀ ਕਲਾ ਪਿੰਡ ਆ, ਮੋਗੇ ਜ਼ਿਲ੍ਹੇ ਦਾ ਪਿੰਡ। ਜੀ, ਕੀ ਸਵਾਲ ਹੈ ਤੁਹਾਡਾ? ਸਵਾਲ ਡਾਕਟਰ ਤੋਂ ਪੁੱਛਣਾ ਚਾਹੁੰਦਾ ਜੀ, ਮੇਰਾ ਬੱਚਾ ਪਿਛਲੇ 13 ਸਾਲਾਂ ਤੋਂ 17 ਸਾਲ ਉਮਰ ਆ ਬੱਚੇ ਦੀ, ਤੇ ਦੋਨੇ ਕਿਡਨੀਆਂ ਤੋਂ ਪੀੜਤ ਆ ਬੱਚਾ, ਵੀ ਕੀ ਉਹਦੇ ਆਹ ਕਰੋਨਾ ਦੇ ਜਿਹੜੇ ਸਿਸਟਮ ਉਹ ਤੇ ਤਾਂ ਨਹੀਂ ਕੋਈ ਅਟੈਕ ਕਰਨਗੇ? ਵੀ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਦੀ ਵੈਕਸੀਨ ਜੇ ਲਵਾ ਲਈਏ ਠੀਕ ਆ ਕਿ ਜਾਂ ਨਹੀਂ? ਸੌਰੀ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਇਹਨਾਂ ਦਾ ਜਿਹੜਾ ਬੇਟਾ ਉਹਨਾਂ ਦੀ ਪਹਿਲਾਂ ਹੀ ਕਿਡਨੀਜ਼ ਦੇ ਵਿੱਚ ਪ੍ਰੋਬਲਮ ਹੈ, ਦੋਨੇ ਕਿਡਨੀਜ਼ ਦੇ ਵਿੱਚ, ਔਰ ਸ਼ਾਇਦ 17 ਸਾਲ ਦੀ ਉਹਨਾਂ ਦੇ ਬੇਟੇ ਦੀ ਉਮਰ ਹੈ। ਜਿਹੜੇ ਦਰਸ਼ਕ ਜੁੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਜੇ ਉਹ ਇਹ ਵੈਕਸੀਨੇਸ਼ਨ ਜਿਹੜੇ ਵੈਕਸੀਨ ਲਗਵਾਉਣਗੇ, ਉਹ ਇੰਜੈਕਸ਼ਨ ਲਗਵਾਉਣਗੇ ਤਾਂ ਉਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਗਾ ਉਹਨਾਂ ਦੇ ਬੱਚੇ ਨੂੰ? ਨਹੀਂ ਸਰ, ਦੇਖੋ ਵੈਕਸੀਨ ਕੋਈ ਸਾਈਡ ਇਮਿਊਨਿਟੀ ਦਾ ਐਵੇਂ ਕੋਈ ਉਹ ਨਹੀਂ ਹੈਗਾ, ਠੀਕ ਹੈ, ਕੋਈ ਰਿਐਕਸ਼ਨ ਕੁਝ ਨਹੀਂ ਦਿਖਾਇਆ ਜਾਂਦਾ ਹੈਗਾ, ਠੀਕ ਹੈ। ਤੇ ਤੁਸੀਂ ਜੋ ਹੈ ਬੱਚੇ ਨੂੰ ਬਿਲਕੁਲ ਬਸ 2-3 ਚੀਜ਼ਾਂ ਹੁੰਦੀਆਂ, ਜੇ ਬੱਚੇ ਨੂੰ ਬੁਖਾਰ ਵਗੈਰਾ ਹੈਗਾ ਤੇ ਉਹ ਚੀਜ਼ ਹੁੰਦੀ ਹੈ, ਆਪਾਂ ਥੋੜਾ ਅਵੋਇਡ ਕਰ ਸਕਦੇ ਹਾਂ, ਠੀਕ ਹੈ। ਉਹਦੇ ਇਲਾਵਾ ਤੇ ਕੋਈ ਦਿੱਕਤ ਨਹੀਂ ਹੈ ਕੁਝ ਚੀਜ਼। ਠੀਕ ਹੈ ਤਾਂ ਜੀ ਤੁਸੀਂ ਸੁਣਿਆ ਹੋਊਗਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਾਂ, ਅਗਰ ਜੇਕਰ ਤੁਹਾਡੇ ਬੱਚੇ ਨੂੰ ਜਦੋਂ ਤੁਸੀਂ ਵੈਕਸੀਨ ਲਗਵਾਉਣੀ ਹੈ ਆਪਣੇ ਬੱਚੇ ਨੂੰ, ਬੇਟੇ ਨੂੰ, ਪਰ ਇਹ ਗੱਲ ਦਾ ਧਿਆਨ ਰੱਖਣਾ ਕਿ ਉਹਨੂੰ ਕਿਸੇ ਵੀ ਤਰੀਕੇ ਦਾ ਕੋਈ ਬੁਖਾਰ ਜਾਂ ਕੋਈ ਇਦਾਂ ਦੀ ਪ੍ਰੋਬਲਮ ਪਹਿਲਾਂ ਨਾ ਹੋਵੇ, ਅਦਰਵਾਈਜ਼ ਕੋਈ ਘਬਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਫਿਲਹਾਲ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ। ਡਾਕਟਰ ਸਾਹਿਬ, ਕਈ ਤਰੀਕੇ ਦੇ ਸਵਾਲ ਨੇ, ਜਿਵੇਂ ਜ਼ਿਕਰ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਬਜ਼ੁਰਗਾਂ ਨੂੰ ਲੈ ਕੇ, ਦਰਸ਼ਕਾਂ ਦੇ ਔਰ ਸੂਬਾ ਵਾਸੀਆਂ ਦੇ, ਔਰ ਕਿਤੇ ਨਾ ਕਿਤੇ ਡਰ ਬਣੇ ਰਹਿੰਦਾ, ਕਿਉਂਕਿ ਖਾਸ ਤੌਰ ਦੇ ਉੱਪਰ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਆ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਇਹੀ ਗੱਲ ਆ ਕਿ ਸ਼ਾਇਦ ਵੈਕਸੀਨ ਲਗਵਾਉਣਗੇ ਤਾਂ ਉਹ ਪ੍ਰੋਬਲਮ ਹੋਰ ਜ਼ਿਆਦਾ ਵੱਧ ਨਾ ਜਾਵੇ, ਕੁਝ ਹੋਰ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ। ਸ਼ਾਇਦ ਇਸ ਤਰੀਕੇ ਦੇ ਵੀ ਕਈ ਸਵਾਲ ਨੇ, ਪਰ ਜਾਣਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਵੀ ਮਾਹਿਰ ਹੋ ਆਪਣੀ ਫੀਲਡ ਦੇ ਵਿੱਚ, ਤੁਹਾਡੇ ਕੋਲ ਵੀ ਇਹ ਕੇਸ ਆਉਂਦੇ ਹੋਣ ਰੂਟੀਨ ਦੇ ਵਿੱਚ, ਪਰ ਇੱਕ ਤੁਹਾਡੇ ਮਾਧਿਅਮ ਰਾਹੀਂ ਜਾਣਨਾ ਚਾਹੁੰਦੇ ਹਾਂ ਕਿ ਅਜਿਹੇ ਪੇਸ਼ੈਂਟ ਜਿਹੜੇ ਕਿ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਨੇ, ਜਿਨ੍ਹਾਂ ਨੂੰ ਪਹਿਲਾਂ ਹੀ ਆਲਰੇਡੀ ਟ੍ਰੀਟਮੈਂਟ ਚੱਲ ਰਿਹਾ, ਤਾਂ ਉਸ ਟ੍ਰੀਟਮੈਂਟ ਦੇ ਵਿੱਚ ਇਸ ਤਰੀਕੇ ਦੇ ਨਾਲ ਵੈਕਸੀਨ ਲਗਵਾਉਣ ਦਾ ਉਹਨਾਂ ਦੀ ਸਿਹਤ ਤੋਂ ਕੋਈ ਅਸਰ ਤਾਂ ਨਹੀਂ ਹੋਏਗਾ, ਕੋਈ ਇਫੈਕਟ ਜਾਂ ਇਦਾਂ ਦਾ? ਦੇਖੋ ਸਰ, ਉਹੀ ਮੈਂ ਕਹਿ ਰਿਹਾ ਕਿ ਜਿਵੇਂ ਵੈਕਸੀਨ ਦਾ ਜਿਵੇਂ ਚੱਲ ਰਿਹਾ, ਕਾਫੀ ਪੇਸ਼ੈਂਟ ਦੇ ਵਸਤਮਾ ਦਾ ਹੈ, ਕਈ ਪੇਸ਼ੈਂਟਸ ਹੁੰਦਾ ਜਿਨ੍ਹਾਂ ਦਾ ਸਟੀਰੋਇਡ ਚੱਲਦਾ ਹੈਗਾ, ਠੀਕ ਹੈ। ਤੇ ਉਸ ਕੇਸ 'ਚ ਪੇਸ਼ੈਂਟ ਦੀ ਓਬਵੀਅਸਲੀ ਕਿ ਜਦੋਂ ਵੀ ਤੁਸੀਂ ਲਗਵਾਉਣਾ ਹੈ ਕਿ ਬਿਨਾਂ ਉਹਦੀ ਡੋਜ਼ ਕੀ ਚੱਲ ਰਹੀ ਹੈ, ਪ੍ਰੈਜ਼ੈਂਟ ਕੰਡੀਸ਼ਨ ਉਸ ਟਾਈਮ ਤੇ ਕੀ ਹੈ ਪੇਸ਼ੈਂਟਸ ਦੀ, ਠੀਕ ਹੈ, ਬੁਖਾਰ ਹੈ ਕਿ ਖਾਂਸੀ ਬਲਗਮ, ਕੁਝ ਜ਼ਿਆਦਾ ਸਿੰਪਟਮਸ ਤਾਂ ਨਹੀਂ ਹੈ, ਠੀਕ ਹੈ। ਹੋ ਸਕਦਾ ਹੈ ਕਿ ਹਾਂ ਤੁਹਾਡਾ ਕੁਝ ਜੋ ਸਟੀਰੋਇਡਸ ਹੈ ਫਿਲਹਾਲ ਉਸ ਟਾਈਮ ਤੇ ਜ਼ਿਆਦਾ ਚੱਲ ਰਿਹਾ ਹੋਵੇ, ਜਿਹਦੇ ਕਰਕੇ ਤੁਹਾਡੀ ਹੋ ਸਕਦਾ ਹੈ ਕਿ ਦਿੱਕਤ ਕੋਈ ਬੁਖਾਰ ਵਗੈਰਾ, ਤੇ ਉਹ ਹਮੇਸ਼ਾ ਵੈਸੇ ਅਸੀਂ ਦਿੰਦੇ ਹਾਂ, ਰეკਮੈਂਡ ਕਰਦੇ ਹਾਂ ਜਦ ਪੇਸ਼ੈਂਟ ਫਿਟ ਹੁੰਦਾ ਹੈ ਤਦ ਹੀ ਹੈ। ਤੇ ਐਸੇ ਕੋਈ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਹਾਂ ਤੁਸੀਂ ਬਹੁਤ ਹੀ ਜ਼ਿਆਦਾ ਤੁਹਾਡਾ ਕੋਈ ਇਮਿਊਨਿਟੀ ਜ਼ਿਆਦਾ ਲੋ ਜਾਂ ਵੈਸੇ ਹੋਏਗਾ ਬੁਖਾਰ ਵਗੈਰਾ ਤੇ ਤੁਸੀਂ ਕਿ ਨਹੀਂ ਰਹਿ ਸਕਦੇ ਹੋ, ਠੀਕ ਹੈ। ਤੇ ਮਤਲਬ ਜਦੋਂ ਇਹਨਾਂ ਦੀ ਬਸ ਐਕਸਟਰਾ ਥੋੜਾ ਕੇਅਰ ਦੀ ਲੋੜ ਹੈ ਕਿ ਜਿਵੇਂ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੈ, ਮਤਲਬ ਜੇ ਕੋਈ ਸਟੀਰੋਇਡ ਲੈ ਰਿਹਾ, ਕੋਈ ਇਦਾਂ ਦੀ ਸਟਰੋਂਗ ਮੈਡੀਸਨ ਲੈ ਰਿਹਾ, ਤਾਂ ਵੈਕਸੀਨ ਤੋਂ ਪਹਿਲਾਂ ਇੱਕ ਵਾਰ ਉਹ ਡਾਕਟਰ ਨਾਲ ਕੰਸਰਨ ਕਰਨ, ਔਰ ਜਿਹੜੇ ਜਿੱਥੇ ਵੀ ਜਾ ਰਹੇ ਨੇ ਉੱਥੇ ਇੱਕ ਵਾਰ ਜ਼ਰੂਰ ਦੱਸਣ। ਜੀ ਬਿਲਕੁਲ। ਸਾਡੇ ਨਾਲ ਲੁਧਿਆਣਾ ਤੋਂ ਵੀ ਦਰਸ਼ਕ ਜੁੜ ਰਹੇ ਨੇ, ਮਨਮੋਹਨ ਜੀ, ਸਵਾਗਤ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਪਰ। ਕੀ ਸਵਾਲ ਤੁਹਾਡਾ ਡਾਕਟਰ ਸਾਹਿਬ ਨੂੰ? ਹਾਂਜੀ ਸਰ, ਮੇਰਾ ਨਾਮ ਜੀ ਮਨੋਹਰ ਲਾਲ ਆ ਜੀ। ਜੀ ਮਨੋਹਰ ਲਾਲ ਜੀ, ਮਾਫੀ ਚਾਹੁੰਦਾ। ਹਾਂਜੀ, ਕੀ ਸਵਾਲ ਹੈ ਤੁਹਾਡਾ? ਸਾਡਾ ਇਹ ਸਵਾਲ ਇਹ ਹੈ ਵੀ ਮੇਰੀ ਉਮਰ ਆ 66 ਸਾਲ ਜੀ। ਜੀ। ਸਾਨੂੰ ਹਜੇ ਤੱਕ ਵੈਕਸੀਨ ਨਹੀਂ ਮਿਲੀ, ਅਸੀਂ ਆਪਣੀ ਡਿਸਪੈਂਸਰੀ 'ਚ ਪੁੱਛਿਆ ਸੀ। ਸਾਡਾ ਵੀ ਇਹੀ ਸਵਾਲ ਆ। ਨਹੀਂ, ਵੈਕਸੀਨ ਤੁਸੀਂ ਲੁਧਿਆਣਾ ਸ਼ਹਿਰ ਨੂੰ ਬਿਲੋਂਗ ਕਰਦੇ ਹੋ? ਨਹੀਂ ਜੀ ਨਹੀਂ, ਅਸੀਂ ਤਾਂ ਲੁਧਿਆਣਾ, ਸਾਡਾ ਜੀ ਜ਼ਿਲ੍ਹਾ ਪਿੰਡ ਸਾਡਾ ਘੁਗਰਾਣਾ ਜੀ। ਅੱਛਾ, ਕਿਹੜੀ ਤਹਿਸੀਲ ਕਿਹੜੀ ਵਿੱਚ ਆਉਂਦਾ ਇਹ? ਤਹਿਸੀਲ ਜੀ ਸਾਡੀ ਲੁਧਿਆਣਾ ਜੀ। ਅੱਛਾ, ਠੀਕ ਹੈ। ਨਹੀਂ, ਜਦੋਂ ਤੁਸੀਂ ਜਿਹੜੇ ਜਿੱਥੇ ਵੈਕਸੀਨੇਸ਼ਨ ਸੈਂਟਰ ਬਣੇ ਹੋਏ ਨੇ, ਕੀ ਤੁਸੀਂ ਉੱਥੇ ਗਏ ਨਹੀਂ ਵੈਕਸੀਨ ਲਗਵਾਉਣ ਦੇ ਲਈ? ਨਹੀਂ, ਸਾਤੋਂ ਜੀ ਬਹੁਤ ਦੂਰ ਆ, ਲੁਧਿਆਣਾ ਤੋਂ 15 ਕਿਲੋਮੀਟਰ ਆ। ਬਾਕੀ ਅਸੀਂ ਆਪਣੇ ਪਿੰਡ ਘੁਗਰਾਣੇ ਡਿਸਪੈਂਸਰੀ 'ਚ ਪੁੱਛਿਆ ਸੀਗਾ ਜੀ। ਜੀ। ਉਹ ਕਹਿੰਦੇ ਵੀ ਜਦੋਂ ਵੈਕਸੀਨ ਆਊਗੀ ਅਸੀਂ ਤੁਹਾਨੂੰ ਦੱਸਾਂਗੇ।
ਜੀ ਬਿਲਕੁਲ ਮਨਮੋਹਨ ਜੀ, ਮੈਂ ਤੁਹਾਨੂੰ ਵੀ ਕਲੀਅਰ ਕਰ ਦੇਵਾਂ ਕਿਉਂਕਿ ਲਗਾਤਾਰ ਇਹ ਪੰਜਾਬ ਦੇ ਵਿੱਚ ਸੰਕਟ ਬਣਿਆ ਹੋਇਆ ਔਰ ਲਗਾਤਾਰ ਪੰਜਾਬ ਦੇ ਵੱਲੋਂ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ, ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ 1 ਤਰੀਕ ਤੋਂ ਜਿਹੜਾ 18+ ਦਾ ਟੀਕਾਕਰਨ ਸੀ ਉਹ ਵੀ ਹਾਲੇ ਠੰਡੇ ਬਸਤੇ ਦੇ ਵਿੱਚ ਪਿਆ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿੰਨੀ ਡੋਜ਼ ਪੰਜਾਬ ਨੂੰ ਚਾਹੀਦੀ ਹੈ ਸ਼ਾਇਦ ਉਨੀ ਪੰਜਾਬ ਦੇ ਕੋਲ ਉਪਲਬਧ ਨਹੀਂ ਹੈ। ਪਰ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਸੂਬੇ ਦੇ ਵਿੱਚ ਹਰ ਇੱਕ ਤੱਕ ਜਿਹੜੀ ਇਹ ਵੈਕਸੀਨ ਦੀ ਪਹੁੰਚ ਹੈ ਉਹ ਜਲਦ ਤੋਂ ਜਲਦ ਬਹਾਲ ਕਰ ਦਿੱਤੀ ਜਾਵੇਗੀ। ਔਰ ਸ਼ਾਇਦ ਨਿਊਜ਼ 18 ਪੰਜਾਬ ਦੇ ਮਾਧਿਅਮ ਨਾਲ ਜਿਹੜਾ ਤੁਸੀਂ ਸਵਾਲ ਕੀਤਾ, ਸ਼ਾਇਦ ਉਹ ਸਿਹਤ ਵਿਭਾਗ ਜਾਂ ਤੁਹਾਡੇ ਡਿਸਪੈਂਸਰੀ ਜਾਂ ਫਿਰ ਲੁਧਿਆਣਾ ਜ਼ਿਲ੍ਹੇ ਦੇ ਸੰਬੰਧਿਤ ਅਧਿਕਾਰੀਆਂ ਤੱਕ ਵੀ ਪਹੁੰਚ ਗਿਆ ਹੋਵੇਗਾ ਔਰ ਜਲਦ ਹੀ ਤੁਹਾਡੇ ਨਾਲ ਵੀ ਸੰਪਰਕ ਸ਼ਾਇਦ ਉਹਨਾਂ ਦੇ ਵੱਲੋਂ ਕਾਇਮ ਕੀਤਾ ਜਾਵੇ। ਫਿਲਹਾਲ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤਾਂ ਡਾਕਟਰ ਸਾਹਿਬ, ਦੇਖਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਕੋਵਿਡ ਆਪਣੇ ਪੀਕ ਵੱਲ ਵੱਧ ਰਿਹਾ ਔਰ ਸਿਹਤ ਵਿਭਾਗ ਨੇ ਵੀ ਅੰਕੜੇ ਜਾਰੀ ਕੀਤੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ ਦੇ ਉੱਪਰ ਪੋਸਟ ਵੀ ਪਾਈ ਸੀ ਕਿ ਕਰੀਬ 50,000 ਡੋਜ਼ ਹੀ ਬਾਕੀ ਹੈ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਕੋਲੋਂ ਕਿ ਜਿਹੜੀ ਵੈਕਸੀਨ ਦੀ ਡੋਜ਼ ਆ ਉਸ ਨੂੰ ਵਧਾਇਆ ਜਾਵੇ। ਪਰ ਬਾਵਜੂਦ ਇਸ ਦੇ ਜਿਸ ਤਰੀਕੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਉਲਟ ਵੈਕਸੀਨ ਪੰਜਾਬ ਦੇ ਵਿੱਚੋਂ ਨਹੀਂ ਪਹੁੰਚ ਰਹੀ, ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰ ਡੈਫੀਨੇਟਲੀ ਚਿੰਤਾ ਦਾ ਵਿਸ਼ਾ ਤਾਂ ਹੈ। ਮੈਂ ਅੱਜ ਹੀ ਦੇਖ ਰਿਹਾ ਸੀਗਾ ਪਰ ਇਹ ਕਿ ਉਹਦੇ ਵੱਲੋਂ ਆਰਡਰ ਆਇਆ ਕਿ ਅਪਰੋਕਸੀਮੇਟਲੀ 2 ਲੱਖ ਵੈਕਸੀਨ ਹੈ ਜਿਹੜੀ ਪੰਜਾਬ ਨੂੰ ਦਿੱਤੀ ਜਾਵੇਗੀ, ਠੀਕ ਹੈ। ਤੇ ਉਹਦਾ ਵਾਸਤੇ ਨਾਲੇ ਵੈਕਸੀਨੇਸ਼ਨ ਦਾ ਕੈਂਪੇਨ 'ਚ ਸਰ ਇਹ ਹੁੰਦਾ ਕਿ ਜਿਨ੍ਹਾਂ ਦਾ ਪਹਿਲਾਂ ਵੈਕਸੀਨ ਲੱਗੀ ਹੋਈ ਹੈ 1 ਡੋਜ਼ ਤੇ ਜਿਨ੍ਹਾਂ ਦੀ ਦੂਜੀ ਡੋਜ਼ ਹੈ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਆਵਾਜ਼ ਆ ਰਹੀ ਸਰ? ਆਵਾਜ਼ ਹੈਲੋ ਸਰ, ਆਵਾਜ਼ ਆ ਰਹੀ ਹੈ? ਹੈਲੋ ਜੀ ਡਾਕਟਰ ਸਾਹਿਬ ਬੋਲੇ। ਹਾਂਜੀ ਠੀਕ ਹੈ। ਤੇ ਸਰ ਉਹੀ ਹੈ ਕਿ ਜਿਹੜੇ ਜੋ ਪਹਿਲਾਂ ਜਿਹਨਾਂ ਨੂੰ ਵੈਕਸੀਨ ਦਾ ਇੱਕ ਜੈਬ ਲੱਗ ਚੁੱਕਿਆ ਤੇ ਪ੍ਰੈਫਰੈਂਸ ਹੁੰਦਾ ਹੈ ਕਿ ਜਿਹੜਾ ਦੂਜਾ ਇੰਜੈਕਸ਼ਨ ਜਿਹਨਾਂ ਨੂੰ ਲੱਗਣਾ ਹੈ ਤੇ ਉਹਨਾਂ ਦੇ ਵਾਸਤੇ ਜਿਹੜੀ ਵੈਕਸੀਨ ਹੈ ਪਹਿਲੇ ਬਚਾਈ ਜਾਵੇ। ਤੇ ਹੁਣ ਉਹਦੀ ਕਰਕੇ ਕਿ ਹੁਣ ਆਪਣੇ ਕੋਲ ਵੈਕਸੀਨ ਦਾ ਇੰਨਾ ਘਾਟਾ ਕਰਕੇ ਜਿਹਨਾਂ ਦਾ ਇੱਕ ਜੇ ਵੈਕਸੀਨ ਦੀ ਪਹਿਲੀ ਡੋਜ਼ ਲੱਗਣੀ ਹੈ ਤੇ ਉਹਨਾਂ ਨੂੰ ਹੁਣ ਜਿਹੜਾ ਹੁਣੀ ਪ੍ਰੋਗਰਾਮ ਹੈ ਉਹ ਥੋੜਾ ਡਿਲੇ ਕੀਤਾ ਗਿਆ ਕਿ ਜਿਹਨਾਂ ਦਾ ਪਹਿਲਾ ਇੰਜੈਕਸ਼ਨ ਲੱਗਣਾ ਹੈ ਉਹ ਥੋੜੇ ਟਾਈਮ ਦੇ ਬਾਅਦ ਜਦ ਥੋੜੀ ਪੂਰੀ ਹੋ ਜਾਏਗੀ ਕਮੀ ਉਸ ਤੋਂ ਬਾਅਦ ਲੱਗੇਗਾ। ਪਰ ਇਹ ਹੈ ਕਿ ਜਿਹੜੀ ਵੈਕਸੀਨ ਬਚਾਈਆਂ ਗਈਆਂ ਜਿਹੜੀ ਬੱਚੀਆਂ ਹੋਈਆਂ 50,000 ਉਹ ਜਿਹੜੇ ਦੂਜੇ ਜੈਬ ਵਾਲੇ ਹੈ ਉਹਨਾਂ ਨੂੰ ਪਹਿਲਾਂ ਇੰਪੋਰਟੈਂਸ ਦੇ ਕੇ ਉਹਨਾਂ ਨੂੰ ਲਗਾਈ ਜਾਏਗੀ। ਤੇ ਉਮੀਦ ਹੈ ਕਿ ਜਿਵੇਂ ਅੱਜ ਕਹਿ ਰਹੇ ਸੀਗੇ ਕਿ ਅਪਰੋਕਸੀਮੇਟਲੀ 2-3 ਲੱਖ ਜਿਹੜੀ ਵੈਕਸੀਨ ਹੈ ਆਪਣੀ ਪੰਜਾਬ ਨੂੰ ਸਰਕਾਰ ਵੱਲੋਂ ਮਿਲੇਗੀ। तो मैं उम्मीद करदा हां कि जल्दी तो जल्दी कमी पूरी की जाए क्योंकि इस महामारी नाल लड़न दा इक्को ही मतलब कि एक तो चलो अपना प्रिकॉशनस है ही है ते दूजा है डेफिनेटली कि वैक्सीन है ते वैक्सीन दे नाल ਤੇ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜੇ ਤੁਹਾਨੂੰ ਹੁੰਦਾ ਵੀ ਹੈ ਤਾਂ ਬਹੁਤ ਸਿਵਿਅਰਿਟੀ ਲੋ ਹੁੰਦੀ ਹੈ। ਬਿਲਕੁਲ, ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ, ਵੈਕਸੀਨ ਤੋਂ ਡਰਨ ਦੀ ਜ਼ਰੂਰਤ ਨਹੀਂ, ਵੈਕਸੀਨ ਦੇ ਨਾਲ ਤੁਹਾਡਾ ਫਾਇਦਾ ਹੋਏਗਾ ਔਰ ਕਿਸੇ ਵੀ ਤਰੀਕੇ ਦੀ ਮੈਂਟਲੀ ਜਿਹੜਾ ਪ੍ਰੈਸ਼ਰ ਵਧਾਉਣ ਦੀ ਲੋੜ ਨਹੀਂ ਔਰ ਬਿਲਕੁਲ ਆਰਾਮ ਦੇ ਨਾਲ ਆਪਣੀ ਫੈਮਿਲੀ ਦੇ ਵਿੱਚ ਰਹਿ ਕੇ ਹੀ ਕਰੋਨਾ ਨਾਲੋਂ ਜਿੱਤ ਸਕਦੇ ਹਾਂ। ਫਿਲਹਾਲ ਡਾਕਟਰ ਹਿਤੇਸ਼ ਗੌੜ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਲਗਾਤਾਰ ਅਸੀਂ ਦਰਸ਼ਕਾਂ ਨੂੰ ਵੀ ਨਿਊਜ਼ 18 ਪੰਜਾਬ ਅਪੀਲ ਕਰਦਾ ਕਿ ਆਪਣੇ ਘਰ ਦੇ ਵਿੱਚ ਰਹੋ ਔਰ ਸਤਰਕ ਰਹੋ, ਸਾਵਧਾਨ ਰਹੋ ਔਰ ਦੂਜਿਆਂ ਦੀ ਸਿਹਤ ਦਾ ਵੀ ਧਿਆਨ ਰੱਖੋ। ਘਬਰਾਉਣ ਦੀ ਜ਼ਰੂਰਤ ਨਹੀਂ ਔਰ ਕੋਰੋਨਾ ਵੈਕਸੀਨ ਜਲਦ ਤੋਂ ਜਲਦ ਲਗਵਾਓ ਕਿਉਂਕਿ ਵੈਕਸੀਨ ਦੇ ਨਾਲ ਹੀ ਤੁਸੀਂ ਕੋਰੋਨਾ ਤੋਂ ਜਲਦ ਜਿੱਤ ਪ੍ਰਾਪਤ ਕਰ ਸਕਦੇ ਹੋ। ਤਾਂ ਕੋਰੋਨਾ ਵੈਕਸੀਨ ਦੇ ਅਭਿਆਨ ਦਾ ਅਸਰ ਨਜ਼ਰ ਆ ਰਿਹਾ ਤੇ ਲੋਕ ਵੱਧ ਚੜ ਕੇ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਨੇ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਦਾ ਪ੍ਰਣ ਲੈ ਰਹੇ ਨੇ। ਇਸੇ ਤਰ੍ਹਾਂ ਗੜਸ਼ੰਕਰ ਦੇ ਵਿੱਚ ਵੀ ਵੈਕਸੀਨੇਸ਼ਨ ਦੇ ਵਿੱਚ ਕਾਫੀ ਤੇਜ਼ੀ ਆਈ ਹੈ ਤੇ ਲੋਕਾਂ ਦਾ ਵੀ ਇਸ ਅਭਿਆਨ ਨੂੰ ਪੂਰਾ ਸਾਥ ਮਿਲ ਰਿਹਾ ਹੈ। ਕੋਰੋਨਾ ਦੇਸ਼ ਦੇ ਵਿੱਚ ਤਾਂਡਵ ਮਚਾ ਰਿਹਾ, ਮਰੀਜ਼ਾਂ ਤੇ ਮੌਤਾਂ ਦਾ ਲਗਾਤਾਰ ਵੱਧ ਰਿਹਾ ਗ੍ਰਾਫ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਅਜਿਹੇ 'ਚ ਵੈਕਸੀਨ ਸੰਜੀਵਨੀ ਬੂਟੀ ਦੇ ਤੌਰ ਤੇ ਕੰਮ ਕਰ ਰਹੀ ਹੈ। ਫਿਲਹਾਲ ਵੈਕਸੀਨ ਤੇ ਸਾਵਧਾਨੀ ਹੀ ਅਜਿਹੇ ਬਦਲ ਨੇ ਜਿਸ ਦੇ ਜ਼ਰੀਏ ਅਸੀਂ ਖੁਦ ਤੇ ਆਪਣੇ ਪਰਿਵਾਰ ਨੂੰ ਮਹਾਮਾਰੀ ਤੋਂ ਬਚਾ ਸਕਦੇ ਹਾਂ। ਹੌਲੀ-ਹੌਲੀ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਵਧੀ ਹੈ ਤੇ ਲੋਕ ਵੱਧ ਚੜ ਕੇ ਵੈਕਸੀਨ ਲਗਵਾਉਣ ਦੇ ਲਈ ਅੱਗੇ ਆ ਰਹੇ ਨੇ। ਇਸੇ ਤਰ੍ਹਾਂ ਸਿਵਲ ਹਸਪਤਾਲ ਗੜਸ਼ੰਕਰ ਦੇ ਵਿੱਚ ਵੀ ਕੋਰੋਨਾ ਵੈਕਸੀਨ ਦੇ ਟੀਕੇ ਲਗਵਾਏ ਗਏ ਤੇ ਇਸ ਦੌਰਾਨ ਲੋਕਾਂ ਵੱਲੋਂ ਵੀ ਇਸ ਮੁਹਿੰਮ ਨੂੰ ਪੂਰਾ ਹੁੰਗਾਰਾ ਦਿੱਤਾ ਗਿਆ। ਜਿੱਥੇ ਲੋਕਾਂ ਨੇ ਖੁਦ ਵੱਧ ਚੜ ਕੇ ਵੈਕਸੀਨ ਲਗਵਾਈ ਉੱਥੇ ਇਹ ਵੀ ਪ੍ਰਣ ਕੀਤਾ ਕਿ ਉਹ ਹੋਰਨਾਂ ਨੂੰ ਵੀ ਵੈਕਸੀਨ ਲਗਵਾਉਣ ਦੇ ਲਈ ਪ੍ਰੇਰਿਤ ਕਰਨਗੇ ਤਾਂ ਜੋ ਹਰ ਕੋਈ ਸੁਰੱਖਿਅਤ ਹੋ ਸਕੇ। ਵੈਕਸੀਨ ਦਾ ਟੀਕਾ ਫਸਟ ਡੋਜ਼ ਸਾਨੂੰ ਲੱਗੀ ਹੈ ਅੱਜ ਤੇ ਬਹੁਤ ਵਧੀਆ ਤਰ੍ਹਾਂ ਡੀਲ ਵੀ ਕੀਤਾ ਰਾਣੇ ਨੇ ਸਾਡੇ ਨਾਲ ਤੇ ਬਾਕੀਆਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨਹੀਂ ਲੱਗੀ ਉਹ ਆ ਕੇ ਤੇ ਆਪਣੀ ਡੋਜ਼ ਲੈ। ਅੱਜ ਮੈਂ ਆਪਣੀ ਵਾਈਫ ਨਾਲ ਤੇ ਹੋਰ ਜਾਣਕਾਰਾਂ ਨਾਲ ਆ ਕੇ ਸਾਰਿਆਂ ਨੂੰ ਵੈਕਸੀਨੇਸ਼ਨ ਲਵਾਈ। ਇੱਥੇ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਕਿ ਹਰੇਕ ਨੂੰ ਵੈਕਸੀਨੇਸ਼ਨ ਲਵਾਈ ਜਾ ਰਹੀ ਹੈ। ਮੈਂ ਚਾਹੁੰਦਾ ਕਿ ਹਰੇਕ ਬੰਦਾ
ਹਰੇਕ ਸ਼ਹਿਰ ਦਾ ਹਰੇਕ ਪਿੰਡ ਦਾ ਬੰਦਾ ਆ ਕੇ ਆਪਣੀ ਵੈਕਸੀਨੇਸ਼ਨ ਲਵਾਵੇ ਤਾਂ ਕਿ ਆਪਣੀ ਜਾਨ ਬਚਾਵੇ ਤੇ ਬਾਕੀ ਲੋਕਾਂ ਨੂੰ ਵੀ ਬਚਾਵੇ। ਇਸ ਮੌਕੇ ਸਿਵਲ ਹਸਪਤਾਲ ਗੜਸ਼ੰਕਰ ਦੇ ਐਸਐਮਓ ਚਰਨਜੀਤ ਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਨਾਲ ਮੁਕਾਬਲਾ ਕਰਨ ਦੇ ਲਈ ਵੈਕਸੀਨ ਜ਼ਰੂਰ ਲਗਵਾਉਣ ਤੇ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਘਾਤਕ ਮਹਾਮਾਰੀ ਤੋਂ ਬਚਿਆ ਜਾ ਸਕੇ। ਦੇਖੋ ਜੀ, ਸਾਡੇ ਅੱਜ ਲਾਕਡਾਊਨ ਦੇ ਦੌਰਾਨ ਵੀ ਸੈਸ਼ਨ ਚੱਲ ਰਿਹਾ ਵੈਕਸੀਨ ਦਾ ਤੇ ਟੀਮਾਂ ਆਪਣੀ ਜਗ੍ਹਾ ਤੇ 2 ਜਗ੍ਹਾ ਟੀਕਾਕਰਨ ਕਰ ਰਹੀਆਂ। ਲੋਕਾਂ ਦੇ ਵਿੱਚ ਕਾਫੀ ਅਵੇਅਰਨੈਸ ਆ ਗਈ ਆ। ਮੈਂ ਲੋਕਾਂ ਨੂੰ, ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੈਕਸੀਨ ਲਗਵਾਓ। ਸੋ ਕੋਰੋਨਾ ਵੈਕਸੀਨ ਨੂੰ ਲੈ ਕੇ ਛੇੜਿਆ ਅਭਿਆਨ ਰੰਗ ਲਿਆ ਰਿਹਾ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲ ਰਹੀ ਹੈ ਤੇ ਲੋਕ ਵੱਧ ਚੜ ਕੇ ਵੈਕਸੀਨ ਲਗਵਾਉਣ ਦੇ ਲਈ ਅੱਗੇ ਆ ਰਹੇ ਨੇ ਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹਰ ਨਾਗਰਿਕ ਤੱਕ ਵੈਕਸੀਨ ਪਹੁੰਚੇਗੀ ਤੇ ਕੋਰੋਨਾ ਆਪਣੇ ਆਪ ਹੀ ਦਮ ਤੋੜ ਜਾਵੇਗਾ। ਗੜਸ਼ੰਕਰ ਤੋਂ ਸੰਜੀਵ ਕੁਮਾਰ, ਨਿਊਜ਼ 18 ਪੰਜਾਬ। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਦੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਉੱਤੇ ਹੀ ਕੈਂਪੇਨ ਸੰਜੀਵਨੀ ਦਾ ਉਦੇਸ਼ ਸੁਨਿਸ਼ਚਿਤ ਕਰਨਾ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ। ਤਾਂ ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।